ਨਮਸਕਾਰ ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਮਾਤ 6ਵੀਂ ਦਾ ਪਾਠ 9ਵਾਂ ਸ਼ਬਦਾਂ ਦਾ ਅਲੌਕਿਕ ਜਾਦੂ ਪੜ੍ਹਨ ਜਾ ਰਹੇ ਹਾਂ। ਬੱਚਿਓ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਬਦ ਮਨੁੱਖ ਦੇ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ, ਪਰ ਸ਼ਬਦ ਕਿਹੋ ਜਿਹੇ ਹੋਣੇ ਚਾਹੀਦੇ ਹਨ? ਸ਼ਬਦ ਇਹੋ ਜਿਹੇ ਹੋਣੇ ਚਾਹੀਦੇ ਹਨ ਜਿਸ ਨਾਲ ਦੂਸਰਿਆਂ ਦੇ ਮਨਾਂ 'ਤੇ ਬੁਰਾ ਪ੍ਰਭਾਵ ਨਾ ਪਵੇ, ਬਲਕਿ ਅਜਿਹੇ ਸ਼ਬਦਾਂ ਦੇ ਨਾਲ ਕੁਝ ਉਸਾਰੂ ਕੰਮ ਹੋਣ। ਤਾਂ ਸਾਨੂੰ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ ਅਤੇ ਹਮੇਸ਼ਾ ਚੰਗਾ ਬੋਲਣਾ ਚਾਹੀਦਾ ਹੈ। ਇਸ ਪਾਠ ਵਿੱਚ ਕੁਝ ਅਜਿਹੀ ਹੀ ਸਿੱਖਿਆ ਸਾਨੂੰ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਅਸੀਂ ਮਿੱਠੇ ਬੋਲ ਕੇ ਅਤੇ ਉਸਾਰੂ ਸ਼ਬਦ ਬੋਲ ਕੇ ਅਸੀਂ ਆਪਣੀ ਜੀਵਨ ਵਿੱਚ ਸਕਾਰਾਤਮਕ ਭਾਵ ਉਹ ਪੈਦਾ ਕਰ ਸਕਦੇ ਹਾਂ ਅਤੇ ਜੀਵਨ ਵਿੱਚ ਸਕਾਰਾਤਮਕ ਭਾਵਾਂ ਦਾ ਸੰਚਾਰ ਵੀ ਕਰ ਸਕਦੇ ਹਾਂ। ਆਓ ਇਸ ਪਾਠ ਨੂੰ ਪੜ੍ਹੀਏ ਅਤੇ ਇਸ ਪਾਠ ਵਿੱਚ ਦਿੱਤੀ ਗਈ ਸਿੱਖਿਆ ਨੂੰ ਜਾਣੀਏ। ਸ਼ਬਦ ਇੱਕਮਾਤਰ ਅਜਿਹਾ ਤਾਕਤਵਰ ਸਾਧਨ ਹੁੰਦੇ ਹਨ ਜਿਨ੍ਹਾਂ ਦੀ ਸਹਾਇਤਾ ਸਦਕਾ ਵਿਅਕਤੀ ਹੈ ਉਹ ਆਪਣੇ ਜਜ਼ਬਾਤਾਂ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਹੈ। ਤਾਂ ਸ਼ਬਦ ਕੀ ਹਨ? ਸ਼ਬਦ ਪ੍ਰਗਟਾਵਾ ਹਨ, ਅਸੀਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਾਂ। ਹਰੇਕ ਸ਼ਬਦ ਦਾ ਆਪਣਾ ਹੀ ਮਤਲਬ ਹੁੰਦਾ ਹੈ। ਕੋਈ ਸ਼ਬਦ ਉਸਾਰੂ ਹੋ ਸਕਦਾ ਹੈ ਤਾਂ ਕੋਈ ਸ਼ਬਦ ਟਾਹੂ ਹੋ ਸਕਦਾ ਹੈ। ਉਸਾਰੂ ਮਤਲਬ ਕੋਈ ਨਵੇਂ ਤਰ੍ਹਾਂ ਦਾ ਕੋਈ ਵਧੀਆ ਕੰਮ ਕਰਨ ਵਾਲਾ ਜਾਂ ਹਾਂ ਪੱਖੀ ਕੰਮ ਕਰਨ ਵਾਲਾ। ਪਰ ਜਦੋਂ ਅਸੀਂ ਟਾਹੂ ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਟਾਹੂ ਸ਼ਬਦ ਅਜਿਹੇ ਸ਼ਬਦ ਹੁੰਦੇ ਹਨ ਜਿਹੜੇ ਕਿਸੇ ਵੀ ਵਿਅਕਤੀ ਨੂੰ ਨਿਰਾਸ਼ਾਵਾਦੀ ਬਣਾਉਂਦੇ ਹਨ। ਸਾਨੂੰ ਕਿਸੇ ਦੇ ਬਿਆਨ ਦੇ ਅੰਦਾਜ਼ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਵਿਅਕਤੀ ਕਿਸ ਤਰ੍ਹਾਂ ਦੇ ਭਾਵ ਪ੍ਰਗਟ ਕਰ ਰਿਹਾ ਹੈ। ਇਸ ਤਰ੍ਹਾਂ ਹੀ ਇਹਨਾਂ ਭਾਵਾਂ ਦੇ ਅਨੁਸਾਰ ਹੀ ਅਸੀਂ ਕੁਝ ਸਕਾਰਾਤਮਕ ਸ਼ਬਦਾਂ ਨੂੰ ਅਸੀਂ ਵੰਡਦੇ ਹਾਂ ਅਤੇ ਕੁਝ ਨਕਾਰਾਤਮਕ ਸ਼ਬਦਾਂ ਦੀ ਵਰਗ ਵਿੱਚ ਸ਼ਬਦਾਂ ਨੂੰ ਪਾਉਂਦੇ ਹਾਂ। ਬੱਚਿਓ, ਸਾਡੇ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਦੇ ਵਿਹਾਰਾਂ ਵਿੱਚ ਇਹਨਾਂ ਸ਼ਬਦਾਂ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਜਦੋਂ ਵੀ ਅਸੀਂ ਆਪਣੀ ਕਿਸਮਤ ਨੂੰ ਅਸੀਂ ਇੱਕ ਸਕਾਰਾਤਮਕ ਵਿਚਾਰਾਂ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਸਕਾਰਾਤਮਕ ਸ਼ਬਦਾਂ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਤੋਂ ਅੱਗੇ ਬੱਚਿਓ ਇਸ ਪਾਠ ਵਿੱਚ ਇਹ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸ਼ਬਦ ਹਨ ਉਹ ਜੀਵਨ ਸਿਰਜਣ ਦੀ ਸਮਰੱਥਾ ਰੱਖਦੇ ਹਨ। ਜਦੋਂ ਵੀ ਅਸੀਂ ਕੋਈ ਸ਼ਬਦ ਬੋਲਦੇ ਹਾਂ ਜਾਂ ਲਿਖਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਹਰੇਕ ਸ਼ਬਦ ਸਾਡੇ ਜੀਵਨ 'ਤੇ ਜੀਵਨ ਦੀ ਜ਼ਮੀਨ 'ਤੇ ਕੁਝ ਊਰਜਾ ਭਰੇ ਬੀਜ ਹੈ ਉਹ ਬੀਜ ਦਿੰਦਾ ਹੈ। ਤਾਂ ਅਜਿਹਾ ਉਹ ਹੌਲੀ ਹੌਲੀ ਸੰਘਣੇ ਰੁੱਖ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਜਿਵੇਂ ਕਿ ਬੱਚਿਆਂ ਨੂੰ ਮਾਂ ਬਾਪ ਹਨ ਉਹ ਜੇਕਰ ਉਹਨਾਂ ਨੂੰ ਜੀਵਨ ਪ੍ਰਗਤੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸੁੰਦਰ ਸ਼ਬਦ ਆਪਣੇ ਬੱਚਿਆਂ ਵਾਸਤੇ ਵਰਤਣੇ ਪੈਂਦੇ ਹਨ, ਜਾਂ ਤਾਂ ਕਿ ਉਹਨਾਂ 'ਤੇ ਉਸਾਰੂ ਕੰਮਾਂ ਦਾ ਪ੍ਰਭਾਵ ਪਏ ਅਤੇ ਉਹਨਾਂ ਵਿੱਚ ਊਰਜਾ ਸ਼ਕਤੀ ਦਾ ਸੰਚਾਰ ਹੋਵੇ। ਪਰ ਜਿਵੇਂ ਕਿ ਜਦੋਂ ਅਸੀਂ ਕਿਸੇ ਵੀ ਬੱਚੇ ਜਾਂ ਵਿਅਕਤੀ ਵਾਸਤੇ ਅਸੀਂ ਬੁਰੇ ਸ਼ਬਦ ਪ੍ਰਯੋਗ ਕਰਦੇ ਹਾਂ ਜਾਂ ਪਿਛਾਖਛੂ ਸ਼ਬਦ ਪ੍ਰਯੋਗ ਕਰਦੇ ਹਾਂ, ਜਿਵੇਂ ਕਿ ਤੂੰ ਨਲਾਇਕ ਹੈ, ਤੂੰ ਕੁਝ ਨਹੀਂ ਕਰ ਸਕਦਾ, ਤਾਂ ਅਜਿਹੇ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਨਕਾਰਾਤਮਕ ਸ਼ਬਦ ਕਹਿੰਦੇ ਹਾਂ। ਅਜਿਹੇ ਸ਼ਬਦ ਹਨ ਕਿਸੇ ਵੀ ਵਿਅਕਤੀ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ ਅਤੇ ਉਸਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਹੀ ਉਸ ਦੁਨੀਆ 'ਤੇ ਇੱਕ ਬੋਝ ਜਿਹਾ ਬਣ ਕੇ ਰਹਿ ਗਿਆ ਹੈ। ਤਾਂ ਇਹਨਾਂ ਨਕਾਰਾਤਮਕ ਸ਼ਬਦਾਂ ਨਾਲ ਮਨੁੱਖ ਦੁਨੀਆ ਦੇ ਉਸਾਰੂ ਕੰਮਾਂ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਤਰ੍ਹਾਂ ਸਾਨੂੰ ਹਮੇਸ਼ਾ ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਸਾਨੂੰ ਹਮੇਸ਼ਾ ਸਾਰਥਕ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸਾਰਥਕ ਸ਼ਬਦਾਂ ਵਿੱਚ ਬਹੁਤ ਹੀ ਵਧੀਆ ਤਾਕਤ ਹੁੰਦੀ ਹੈ। ਇਹ ਤਾਕਤ ਹੈ ਇਹ ਇੱਕ ਕਿਸਮ ਦੀ ਇੱਕ ਨਵੇਂ ਵਿਅਕਤੀ ਵਿੱਚ ਊਰਜਾ ਦਾ ਸੰਚਾਰ ਕਰਦੀ ਹੈ ਅਤੇ ਇਸ ਤੋਂ ਇਲਾਵਾ ਵੀ ਵਿਅਕਤੀ ਇਸ ਨੂੰ ਪੜ੍ਹਦਾ ਜਾਂ ਸੁਣਦਾ ਹੈ ਉਸ ਵਿੱਚ ਕੁਝ ਕਰ ਸਕਣ ਦੀ ਕੁਝ ਕਰ ਜਾਣ ਦੀ ਹਿੰਮਤ ਉਹ ਆ ਜਾਂਦੀ ਹੈ ਅਤੇ ਉਹ ਕਦੇ ਵੀ ਨਕਾਰਾਤਮਕ ਵਿਚਾਰਾਂ ਵੱਲ ਨਹੀਂ ਜਾਂਦਾ। ਇਸ ਤੋਂ ਅੱਗੇ ਬੱਚੋਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਕੋਈ ਚੰਗਾ ਵਿਅਕਤੀ ਹੈ ਉਸਨੂੰ ਇਸ ਹੁਨਰ ਨਾਲ ਜਾਣਿਆ ਜਾਂਦਾ ਹੈ ਕਿ ਉਹ ਆਪਣੇ ਸ਼ਬਦਾਂ ਨੂੰ ਹਮੇਸ਼ਾ ਦ੍ਰਿੜਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ। ਕੁਝ ਵੀ ਬੱਚਿਓ ਬੋਲਣ ਜਾਂ ਲਿਖਣ ਤੋਂ ਪਹਿਲਾਂ ਸਾਨੂੰ ਹਮੇਸ਼ਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ। ਜਿਵੇਂ ਕਿ ਜੇ ਅਸੀਂ ਕੋਈ ਸ਼ਬਦ ਅਸੀਂ ਮਾੜਾ ਬੋਲਦੇ ਹਾਂ ਤਾਂ ਉਸਦਾ ਵੀ ਕਿਸੇ ਸਾਹਮਣੇ ਵਾਲੇ ਵਿਅਕਤੀ 'ਤੇ ਬੁਰਾ ਪ੍ਰਭਾਵ ਪੈਂਦਾ, ਪਰ ਜੇ ਅਸੀਂ ਚੰਗਾ ਸ਼ਬਦ ਪ੍ਰਯੋਗ ਕਰਦੇ ਹਾਂ ਕਿਸੇ ਵੀ ਸਾਹਮਣੇ ਵਾਲੇ ਵਿਅਕਤੀ ਵਾਸਤੇ ਤਾਂ ਉਸਨੂੰ ਵਧੀਆ ਲੱਗਦਾ ਹੈ। ਪਰ ਇਹ ਨਾ ਹੋਵੇ ਕਿ ਅਸੀਂ ਕੋਈ ਮਾੜਾ ਸ਼ਬਦ ਬੋਲ ਕੇ ਅਸੀਂ ਬਾਅਦ ਵਿੱਚ ਪਛਤਾਈਏ, ਤਾਂ ਇਸ ਲਈ ਸਾਨੂੰ ਪਹਿਲਾਂ ਹੀ ਚੰਗੇ ਸ਼ਬਦਾਂ ਦਾ ਪ੍ਰਯੋਗ ਕਰ ਲੈਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਬੁਰੇ ਸ਼ਬਦਾਂ ਦਾ ਪ੍ਰਯੋਗ ਕਰਨ ਤੋਂ ਪਹਿਲਾਂ 2 ਵਾਰ ਜ਼ਰੂਰ ਸੋਚ ਲੈਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਕੋਇਲ ਨੂੰ ਜਾਣਦੇ ਹੋ, ਕੋਇਲ ਹਮੇਸ਼ਾ ਮਿੱਠੀ ਬੋਲੀ ਬੋਲਦੀ ਹੈ। ਇਸੇ ਤਰ੍ਹਾਂ ਦੀ ਬੋਲੀ ਹੀ ਜਿਹੜੀ ਹੈ ਉਹ ਸਾਡੇ ਆਮ ਲੋਕਾਂ ਦੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਹਮੇਸ਼ਾ ਸਾਰਥਕ ਸ਼ਬਦਾਂ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਇਹ ਹਰ ਵਿਅਕਤੀ ਜਿਹੜਾ ਹੈ ਅਤੇ ਜ਼ਰੂਰੀ ਚੰਗਿਆਈ ਹੋਣੀ ਚਾਹੀਦੀ ਹੈ, ਇਸ ਨੂੰ ਆਪਣੀ ਇੱਕ ਜਿਹੜੇ ਗੁਣਾਂ ਵਿੱਚ ਇਸ ਨੂੰ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਅਤੇ ਤਾਂ ਜੋ ਜੇਕਰ ਸਾਡੇ ਕੋਲ ਕਿਸੇ ਵੀ ਸਮੱਸਿਆ ਦਾ ਕੋਈ ਸਮਾਧਾਨ ਨਾ ਹੋਏ ਜਾਂ ਸਾਨੂੰ ਕੋਈ ਸ਼ਬਦ ਨਾ ਮਿਲਦੇ ਹੋਣ ਲਿਖਣ ਯੋਗ ਜਾਂ ਸੁਣਨ ਯੋਗ ਜਾਂ ਬੋਲਣ ਯੋਗ, ਤਾਂ ਸਾਨੂੰ ਸਹੀ ਤਰੀਕੇ ਨਾਲ ਮੁਸਕਰਾਉਂਦਿਆਂ ਹੋਇਆਂ ਨਹੀਂ ਕਹਿ ਦੇਣਾ ਚਾਹੀਦਾ ਹੈ, ਨਾ ਹੀ ਸਾਨੂੰ ਕੋਈ ਗਲਤ ਉਚਾਰਨਾ ਚਾਹੀਦਾ ਹੈ ਅਤੇ ਨਾ ਹੀ ਲਿਖਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਵੇਂ ਕਿ ਪ੍ਰੇਰਨਾਮਈ ਜੋ ਸ਼ਬਦ ਜਾਂ ਜਿਹੜੇ ਅਗਾਂਹ ਵਧਾਊ ਹੁੰਦੇ ਹਨ ਅਤੇ ਹਮੇਸ਼ਾ ਕਿਸੇ ਵਿਅਕਤੀ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰਦੇ ਹਨ। ਤਾਂ ਸਾਨੂੰ ਹਮੇਸ਼ਾ ਸਾਰਥਕ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ, ਕਿਉਂਕਿ ਸਾਰਥਕ ਸ਼ਬਦ ਹੀ ਚਮਤਕਾਰੀ ਸ਼ਬਦ ਹਨ ਜੋ ਸਾਡੇ ਆਸੇ ਪਾਸੇ ਵਸਦੇ ਸੰਸਾਰ ਨੂੰ ਸਵਰਗ ਵਰਗਾ ਬਣਾ ਦਿੰਦਾ ਹੈ ਅਤੇ ਇੱਕ ਤਰ੍ਹਾਂ ਨਾਲ ਸਕਾਰਾਤਮਕ ਵਿਚਾਰਾਂ ਦਾ ਪ੍ਰਗਟਾਅ ਕਰਦਾ ਹੈ। ਬੱਚੋ, ਇਸ ਤਰ੍ਹਾਂ ਇਸ ਪਾਠ ਦਾ ਕਹਿੰਦੇ ਭਾਵ ਇਹ ਹੈ ਕਿ ਬੱਚੇ ਹੋਣ ਜਾਂ ਵੱਡੇ ਹੋਣ ਤਾਂ ਹਮੇਸ਼ਾ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਹਮੇਸ਼ਾ ਹੀ ਸਾਰਥਕ ਅਤੇ ਮਿੱਠੇ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸਾਨੂੰ ਕਦੇ ਵੀ ਨਕਾਰਾਤਮਕ ਸ਼ਬਦ ਜਾਂ ਵਿਚਾਰ ਆਪਣੇ ਮਨ ਵਿੱਚ ਨਹੀਂ ਲਿਆਉਣੇ ਚਾਹੀਦੇ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਾਠ ਵਧੀਆ ਲੱਗਿਆ ਹੋਵੇਗਾ। ਤੁਸੀਂ ਇਸ ਪਾਠ ਨਾਲ ਸੰਬੰਧਿਤ ਸ਼ਬਦ ਆਪਣੀ ਕਾਪੀਆਂ 'ਤੇ ਕਰਨੇ ਹਨ ਅਤੇ ਯਾਦ ਕਰਨੇ ਹਨ। ਧੰਨਵਾਦ।